जय वाल्मीकि जय वाल्मीकि जय वाल्मीकि जय वाल्मीकि। जो बड़े सोन पे भगवान वाल्मीकि महाराज की जय। महाराज के चरण कमल धर्मास श्रेष्ठ गुरु तुम जगत के तीन लोक के लाल। वाल्मीकि जय जय भगवान वाल्मीकि जय जय। सकल सृष्टि के मालिक सकल
वाल्मीकि महाराज की जय। जो बोले सो निरभय भगवान वाल्मीकि महाराज की जय। गुरु रूप साध संगत जी, एक बार फिर असी भगवान वाल्मीकि जी मंदिर बेडफोर्ड तो भगवान वाल्मीकि जी की पवित्र बाणी श्री योग विशेष महारामायण के विचार लैके आप के सामने रूबरू होए हाँ। आओ बाणी शुरू करने तो पहले आपां उस प्रभु परमेश्वर ਨੂੰ नमस्कार करिए। सचित आनंद रूप आत्मा ਨੂੰ ਜਿਸ ਵਿੱਚ ਸਰਬ ਜੀਵ ਪਾਸਦੇ ਹਨ ਤੇ ਲੀਨ ਹੁੰਦੇ ਹਨ ਤੇ ਸਥਿਤ ਹੁੰਦੇ ਹਨ ਤੇ ਜਿਸ ਤੋਂ ਗਿਆਤਾ ਗਿਆਨ ਤੇ ਗਿਆਮ ਦ੍ਰਿਸ਼ਟਾ ਦਰਸ਼ਨ ਤੇ ਦ੍ਰਿਸ਼ਯ ਕਰਤਾ ਕਾਰਨ ਤੇ ਕਿਰਿਆ ਸਿੱਧ ਹੁੰਦੇ ਹਨ ਤੇ ਜਿਸ ਆਨੰਦ ਦੇ ਕਾਰਨ ਕਰਕੇ ਸੰਪੂਰਨ ਵਿਸ਼ਵ ਆਨੰਦਵਾਨ ਹੈ ਤੇ ਜਿਸ ਆਨੰਦ ਦਾ ਕਰਕੇ ਜੀਵ ਜਿਉਂਦੇ ਹਨ ਉਸ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਭਗਵਾਨ ਵਾਲਮੀਕ ਮੰਦਰ ਬੈਡਫੋਰਡ ਵੱਲੋਂ ਕਾਂਸ਼ੀ ਟੀਵੀ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਮਾਧਿਅਮ ਰਾਹੀਂ ਅਸੀਂ ਆਪ ਦੇ ਨਾਲ ਭਗਵਾਨ ਵਾਲਮੀਕ ਜੀ ਦੀ ਬਾਣੀ ਲੈ ਕੇ ਜੁੜ ਰਹੇ ਹਾਂ। ਪਿਛਲੇ ਹਫਤੇ ਜੋ ਪ੍ਰਸੰਗ ਦੀ ਸਮਾਪਤੀ ਹੋਈ ਸੀ ਉਸ ਵਿੱਚ ਭਗਵਾਨ ਵਾਲਮੀਕ ਜੀ ਨੇ ਸਾਨੂੰ ਅਖੀਰ ਤੇ ਇਹੀ ਉਪਦੇਸ਼ ਕੀਤਾ ਸੀ ਕਿ ਇਹ ਜੋ ਭਰਮ ਰੂਪ ਜਗਤ ਹੈ ਇਹ ਮੂਰਖਾਂ ਨੂੰ ਸੱਚ ਲੱਗਦਾ ਹੈ, ਅਸਲ ਵਿੱਚ ਕੁਝ ਨਹੀਂ ਹੈ। ਮਨ ਜਦ ਫੁਰਨੇ ਤੋਂ ਰਹਿਤ ਹੋਵੇ ਤਾਂ ਜਗਤ ਭਾਵਨਾ ਮਾਤਰ ਹੈ ਕਿ ਇਹ ਜੋ ਸੰਸਾਰ ਹੈ ਸਾਡੇ ਸਾਹਮਣੇ ਅਸੀਂ ਦੇਖਦੇ ਹਾਂ ਇਹ ਮੂਰਖਾਂ ਨੂੰ ਸੱਚ ਲੱਗਦਾ ਹੈ। ਪਰ ਜਦੋਂ ਸਾਡੇ ਮਨ ਦੇ ਵਿੱਚੋਂ ਜੋ ਫੁਰਨਾ ਉੱਠਦਾ ਹੈ ਉਹਨੂੰ ਅਸੀਂ ਬੰਦ ਕਰ ਦਈਏ, ਆਪਣੇ ਮਨ ਨੂੰ ਆਪਣੇ ਕਾਬੂ ਵਿੱਚ ਕਰ ਲਈਏ ਤੇ ਇਹ ਜੋ ਸੰਸਾਰ ਹੈ ਇਹਦੀ ਭਾਵਨਾ ਆਪਣੇ ਆਪ ਹੀ ਦੂਰ ਹੋ ਜਾਂਦੀ ਹੈ। ਅੱਜ ਦਾ ਜੋ ਪ੍ਰਸੰਗ ਹੈ ਉਸ ਵਿੱਚ ਭਗਵਾਨ ਵਾਲਮੀਕ ਜੀ ਸਾਨੂੰ ਉਪਦੇਸ਼ ਕਰਦੇ ਹਨ ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਬਾਣੀ ਦਾ ਉਪਦੇਸ਼ ਸ਼੍ਰੀ ਰਾਮਚੰਦਰ ਜੀ ਨੂੰ ਉਹਨਾਂ ਦੇ ਗੁਰੂ ਵਸ਼ਿਸ਼ਠ ਜੀ ਕੋਲੋਂ ਮਿਲਿਆ ਸੀ ਔਰ ਰਾਮਚੰਦਰ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਸੀ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਜਦ ਭਾਵਨਾ ਆਤਮ ਵੱਲ ਵੱਧਦੀ ਹੈ ਤਦ ਆਤਮਾ ਦੀ ਪ੍ਰਾਪਤੀ ਹੁੰਦੀ ਹੈ ਤੇ ਅਵਿਦਿਆ ਨਸ਼ਟ ਹੋ ਜਾਂਦੀ ਹੈ। ਕਿ ਜਦੋਂ ਸਾਡੀ ਭਾਵਨਾ ਜਿਹੜੀ ਹੈ ਆਤਮਾ ਵੱਲ ਜਾਂਦੀ ਹੈ, ਅਸੀਂ ਆਪਣੇ ਅੰਦਰ ਝਾਤੀ ਮਾਰਦੇ ਹਾਂ, ਆਪਣੀ ਆਤਮਾ ਦੇ ਨਾਲ ਜੁੜਦੇ ਹਾਂ ਤਾਂ ਫਿਰ ਸਾਨੂੰ ਉਹ ਪ੍ਰਭੂ ਪਰਮੇਸ਼ਵਰ ਜਿਹੜਾ ਆਤਮਾ ਦੇ ਰੂਪ ਦੇ ਵਿੱਚ ਸਾਡੇ ਅੰਦਰ ਵਿਰਾਜਮਾਨ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ ਤੇ ਸਾਡੀ ਜਿਹੜੀ ਅਵਿਦਿਆ ਭਾਵ ਜੋ ਅਗਿਆਨਤਾ ਹੈ ਉਹ ਦੂਰ ਹੋ ਜਾਂਦੀ ਹੈ, ਨਸ਼ਟ ਹੋ ਜਾਂਦੀ ਹੈ। ਮਨ ਦੇ ਚੱਲਣ ਦਾ ਨਾਮ ਅਵਿਦਿਆ ਹੈ ਔਰ ਇਹ ਜਿਹੜਾ ਸਾਡਾ ਮਨ ਹੈ ਜਿੰਨੀ ਦੇਰ ਤੱਕ ਮਨ ਸਾਡਾ ਚਲਾਇਮਾਨ ਹੈ, ਸੰਸਾਰ ਵੱਲ ਸਾਨੂੰ ਖਿੱਚਦਾ ਹੈ, ਇਹ ਹੀ ਸਭ ਤੋਂ ਵੱਡੀ ਅਵਿਦਿਆ ਵਾਲੀ ਗੱਲ ਹੈ, ਅਗਿਆਨਤਾ ਵਾਲੀ ਗੱਲ ਹੈ। ਅਵਿਦਿਆ ਦਾ ਮਤਲਬ ਹੀ ਇਹ ਹੈ ਕਿ ਸਾਡਾ ਜਿਹੜਾ ਮਨ ਹੈ ਉਹ ਸੰਸਾਰ ਦੀ ਤਸਵੀਰ ਖਿੱਚਦਾ ਹੈ ਔਰ ਫਿਰ ਸਾਨੂੰ ਸੰਸਾਰ ਵੱਲ ਖਿੱਚ ਕੇ ਲੈ ਜਾਂਦਾ ਹੈ ਔਰ ਅਸੀਂ ਸੰਸਾਰ ਨੂੰ ਸੋਹਣਾ ਸਮਝ ਕੇ, ਉਹਦੇ ਪਦਾਰਥਾਂ ਨੂੰ ਸੋਹਣਾ ਸਮਝ ਕੇ ਉਹਨਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਅਸੀਂ ਇਹ ਨਹੀਂ ਸੋਚਦੇ ਕਿ ਇਸੇ ਮਨ ਦਾ ਕਰਕੇ ਅਸੀਂ ਉਹ ਪ੍ਰਭੂ ਪਰਮੇਸ਼ਵਰ ਤੋਂ ਦੂਰ ਹੋਣੇ ਜਾਂਦੇ ਹਾਂ। ਜਦ ਆਤਮਾ ਵੱਲ ਚੱਲਣਾ ਹੁੰਦਾ ਹੈ ਤਦ ਅਵਿਦਿਆ ਨਸ਼ਟ ਹੋ ਜਾਂਦੀ ਹੈ। ਪਰ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਦੋਂ ਤੁਸੀਂ ਆਤਮਾ ਵੱਲ ਚੱਲਦੇ ਹਾਂ ਤੁਸੀਂ ਆਪਣੇ ਮਨ ਨੂੰ ਬਾਹਰ ਮੁਖੀ ਜੋ ਹੋਇਆ ਹੈ ਇਸ ਨੂੰ ਅੰਤਰਮੁਖੀ ਕਰਕੇ ਆਪਣੇ ਸੱਚੇ ਸੁਭਾਅ ਜਿਹੜੀ ਸਾਡੀ ਆਤਮਾ ਉਹਦੇ ਨਾਲ ਜੁੜਦੇ ਹਾਂ, ਜਿਹੜਾ ਸਾਡਾ ਸੱਚਾ ਸਰੂਪ ਹੈ ਤਾਂ ਇਹ ਜਿਹੜੀ ਅਵਿਦਿਆ ਹੈ ਇਹ ਨਸ਼ਟ ਹੋ ਜਾਂਦੀ ਹੈ, ਭਾਵ ਕਿ ਸਾਡੇ ਵਿੱਚੋਂ ਅਗਿਆਨਤਾ ਦੂਰ ਹੋ ਜਾਂਦੀ ਹੈ। ਜਿਵੇਂ ਰਾਜੇ ਅੱਗੇ ਮੰਤਰੀ ਤੇ ਟਹਿਲੂ ਕੰਮ ਕਰਦੇ ਹਨ ਤਿਵੇਂ ਹੀ ਮਨ ਅੱਗੇ ਇੰਦਰੀਆਂ ਕੰਮ ਕਰਦੀਆਂ ਹਨ। ਸੋ ਭਗਵਾਨ ਵਾਲਮੀਕ ਜੀ ਸਾਨੂੰ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਰਾਜਾ ਹੁੰਦਾ ਹੈ ਉਹਦਾ ਮੰਤਰੀ ਹੁੰਦਾ ਹੈ, ਹੋਰ
ਟਹਿਲ ਕਰਨ ਵਾਲੇ ਸੇਵਾਦਾਰ ਜੋ ਹੁੰਦੇ ਹਨ ਉਹ ਸਾਰੇ ਰਾਜੇ ਲਈ ਕੰਮ ਕਰਦੇ ਹਨ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਸਾਡਾ ਮਨ ਹੈ ਇਹਦੇ ਅੱਗੇ ਜੋ ਸਾਡੀਆਂ ਇੰਦਰੀਆਂ ਹਨ ਇਹ ਕੰਮ ਕਰਦੀਆਂ ਹਨ। ਇੰਦਰੀਆਂ ਕੀ ਹਨ? ਸਾਡੇ ਜੋ ਜਿਨ੍ਹਾਂ ਨੂੰ ਅਸੀਂ ਸੈਂਸਿਸ ਕਹਿ ਦਈਏ, ਸਾਡੇ ਜੋ ਹਨ, ਜਾਂ ਸਾਡੇ ਜਿਹੜੇ ਸਰੀਰਕ ਜ਼ਰੂਰਤਾਂ ਹਨ। ਬਾਹਰਲੇ ਵਿਸ਼ੇ ਪਦਾਰਥਾਂ ਦੀ ਭਾਵਨਾ ਛੱਡ ਕੇ ਤੁਸੀਂ ਅੰਦਰ ਆਤਮਾ ਦੀ ਭਾਵਨਾ ਕਰੋ, ਤਦ ਆਤਮ ਪਦ ਨੂੰ ਪ੍ਰਾਪਤ ਹੋਵੋਗੇ। ਸੋ ਭਗਵਾਨ ਵਾਲਮੀਕ ਜੀ ਦੇਖੋ ਸਾਨੂੰ ਯੁਕਤੀ ਦੱਸਦੇ ਹਨ ਕਿ ਅਸੀਂ ਕਿਸ ਤਰ੍ਹਾਂ ਇਸ ਸੰਸਾਰ ਤੋਂ ਬੇਮੁਖ ਹੋਣਾ ਹੈ। ਇਹ ਜਿਹੜੇ ਬਾਹਰਲੇ ਵਿਸ਼ੇ ਪਦਾਰਥ ਹਨ, ਇਹ ਸੰਸਾਰੀ ਜੋ ਵਿਸ਼ੇ ਹਨ, ਪਦਾਰਥ ਹਨ, ਇਹਨਾਂ ਦੀ ਭਾਵਨਾ ਅਸੀਂ ਆਪਣੇ ਵਿੱਚੋਂ ਦੂਰ ਕਰਨੀ ਹੈ ਤੇ ਸਾਡੇ ਅੰਦਰ ਜੋ ਆਤਮਾ ਹੈ ਅਸੀਂ ਉਹਦੀ ਭਾਵਨਾ ਕਰਨੀ ਹੈ, ਉਹਦੇ ਨਾਲ ਜੁੜਨਾ ਹੈ। ਫਿਰ ਅਸੀਂ ਆਤਮ ਪਦ ਪਾਵ ਕੇ ਉਸ ਪਦ ਨੂੰ ਪ੍ਰਾਪਤ ਕਰਾਂਗੇ ਜਿੱਥੇ ਸਾਡਾ ਪਰਮਾਤਮਾ ਦੇ ਨਾਲ ਮਿਲਾਪ ਹੋਵੇਗਾ। ਜਿਨ੍ਹਾਂ ਮਨੁੱਖਾਂ ਨੇ ਅੰਤःਕਰਨ ਵਿੱਚ ਆਤਮਾ ਦੀ ਭਾਵਨਾ ਦਾ ਯਤਨ ਕੀਤਾ ਹੈ ਉਹ ਸ਼ਾਂਤੀ ਨੂੰ ਪ੍ਰਾਪਤ ਹੁੰਦੇ ਹਨ। ਔਰ ਉਹ ਜਿਹੜੇ ਅੱਛੇ ਲੋਕ ਹਨ, ਸ੍ਰੇਸ਼ਟ ਲੋਕ ਹਨ, ਜਿਨ੍ਹਾਂ ਨੇ ਆਪਣੇ ਮਨ ਨੂੰ ਆਪਣੀ ਆਤਮਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਯਤਨ ਕੀਤਾ ਹੈ, ਉਹਨਾਂ ਦਾ ਮਨ ਜਿਹੜਾ ਹੈ ਉਹਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਆਤਮਾ ਦੇ ਨਾਲ ਜੁੜ ਕੇ, ਤੇ ਉਹ ਜੀਵ ਹਮੇਸ਼ਾ ਹਮੇਸ਼ਾ ਲਈ ਸ਼ਾਂਤ ਹੋ ਜਾਂਦੇ ਹਨ। ਉਹਨਾਂ ਦੀ ਜਿਹੜੀ ਭੱਜ ਦੌੜ ਹੈ ਸੰਸਾਰ ਦੀ, ਜਿਹੜੀ ਉਹਨਾਂ ਨੂੰ ਟਿਕਣ ਨਹੀਂ ਦਿੰਦੀ, ਜਿਸ ਦਾ ਕਰਕੇ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ, ਉਹਨਾਂ ਨੂੰ ਫਿਰ ਆਪਣੇ ਮਨ ਨੂੰ ਆਪਣੀ ਆਤਮਾ ਦੇ ਟਿਕਾ ਕੇ ਸ਼ਾਂਤੀ ਮਿਲਦੀ ਹੈ। ਜੋ ਪਦਾਰਥ ਆਦਿ ਵਿੱਚ ਨਹੀਂ ਹੁੰਦਾ ਉਹ ਅੰਤ ਵਿੱਚ ਵੀ ਨਹੀਂ ਰਹਿੰਦਾ। ਇਸ ਲਈ ਜੋ ਕੁਝ ਦਿਸਦਾ ਹੈ ਉਹ ਸਭ ਬ੍ਰਹਮ ਸਤਾ ਹੈ। ਸੋ ਭਗਵਾਨ ਵਾਲਮੀਕ ਸਮਝਾਉਂਦੇ ਹਨ ਕਿ ਜਿਹੜੀ ਚੀਜ਼ ਪਦਾਰਥ ਦੇ ਵਿੱਚ ਸ਼ੁਰੂ ਤੋਂ ਨਹੀਂ ਹੁੰਦੀ ਤੇ ਉਹ ਅੰਤ ਵਿੱਚ ਵੀ ਨਹੀਂ ਰਹਿੰਦੀ। ਇਸ ਲਈ ਜੋ ਕੁਝ ਦਿਸਦਾ ਹੈ ਉਹ ਸਭ ਬ੍ਰਹਮ ਸਤਾ ਭਾਵ ਕਿ ਪਰਮਾਤਮਾ ਦੀ ਸ਼ਕਤੀ ਹੈ, ਪਰਮਾਤਮਾ ਦਾ ਹੀ ਚਮਤਕਾਰ ਹੈ। ਉਸ ਤੋਂ ਕੁਝ ਵੱਖ ਨਹੀਂ, ਤੇ ਜੋ ਵੱਖ ਲੱਗਦਾ ਉਹ ਮਨ ਮਾਤਰ ਹੈ ਕਿ ਪਰਮਾਤਮਾ ਤੋਂ ਕੋਈ ਵੀ ਚੀਜ਼ ਵੱਖਰੀ ਨਹੀਂ ਹੈ। ਪਰਮਾਤਮਾ ਦੀ ਸ਼ਕਤੀ ਸਾਰੇ ਪਾਸੇ ਕੰਮ ਕਰਦੀ ਹੈ ਤੇ ਉਹ ਤੋਂ ਜੋ ਵੱਖਰੀ ਚੀਜ਼ ਹੈ ਉਹ ਸਾਡੇ ਮਨ ਦਾ ਕਰਕੇ ਹੈ। ਉਹ ਮਨੋ ਮਾਤਰ ਉਹ ਚੀਜ਼ ਹੈ ਜਿਹੜੀ ਪਰਮਾਤਮਾ ਤੋਂ ਵੱਖਰੀ ਹੈ। ਤੁਹਾਡਾ ਸਰੂਪ ਵਿਕਾਰ ਰਹਿਤ ਹੈ ਤੇ ਆਦਿ ਅੰਤ ਰਹਿਤ ਬ੍ਰਹਮ ਤਤ ਹੈ ਕਿ ਸਾਡਾ ਜਿਹੜਾ ਸੱਚਾ ਸਰੂਪ ਹੈ, ਜੋ ਸਾਡੀ ਆਤਮਾ ਹੈ, ਉਹਦੇ ਵਿੱਚ ਜਿਸ ਤਰ੍ਹਾਂ ਪਰਮਾਤਮਾ ਹੈ ਬਿਲਕੁਲ ਉਸੇ ਹੀ ਤਰ੍ਹਾਂ ਹੈ, ਉਹਦੇ ਵਿੱਚ ਕੋਈ ਵਿਕਾਰ ਨਹੀਂ ਹੈ। ਤੇ ਸਾਡੀ ਆਤਮਾ ਆਦਿ ਔਰ ਅੰਤ, ਉਹਦੀ ਸ਼ੁਰੂਆਤ ਤੇ ਅੰਤ ਤੋਂ ਉਹ ਰਹਿਤ ਹੈ। ਜਿਸ ਤਰ੍ਹਾਂ ਪਰਮਾਤਮਾ ਹੈ ਬਿਲਕੁਲ ਉਸੇ ਹੀ ਤਰ੍ਹਾਂ ਸਾਡੀ ਆਤਮਾ ਹੈ। ਪਰਮਾਤਮਾ ਔਰ ਆਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ। ਆਤਮਾ ਪਰਮਾਤਮਾ ਦੀ ਅੰਸ਼ ਹੈ। ਤੁਸੀਂ ਕਿਉਂ ਸੋਗ ਕਰਦੇ ਹੋ? ਆਪਣਾ ਪੁਰਸ਼ਾਰਥ ਕਰਕੇ ਸੰਸਾਰ ਦੀ ਭੋਗ ਵਾਸਨਾ ਨੂੰ ਮੁੱਢ ਤੋਂ ਉਖਾੜੋ ਤੇ ਆਤਮ ਪਦ ਦਾ ਅਭਿਆਸ ਕਰੋ ਤਾਂ ਕਿ ਦ੍ਰਿਸ਼ ਭਰਮ ਮਿਟ ਜਾਵੇ। ਸੋ ਭਗਵਾਨ ਵਾਲਮੀਕ ਜੀ ਕਰਦੇ ਕਿ ਕਿਹੜੀ ਚੀਜ਼ ਦਾ ਤੁਹਾਨੂੰ ਸੋਗ ਹੈ, ਕਿਹੜੀ ਚੀਜ਼ ਦਾ ਤੁਸੀਂ ਅਫਸੋਸ ਕਰਦੇ ਹੋ? ਤੁਸੀਂ ਆਪਣਾ ਪੁਰਸ਼ਾਰਥ ਕਰਨਾ ਹੈ। ਪੁਰਸ਼ਾਰਥ ਕੀ ਹੈ? ਜਿਸ ਤਰ੍ਹਾਂ ਸਾਨੂੰ ਬਾਣੀ ਦੱਸਦੀ ਹੈ ਉਸ ਦੇ ਮੁਤਾਬਿਕ ਅਸੀਂ ਆਪਣੇ ਕਾਰਜ ਕਰਨੇ ਹਨ। ਸਾਡਾ ਰਹਿਣਾ ਬਹਿਣਾ ਜੋ ਹੈ ਉਸ ਦੇ ਮੁਤਾਬਿਕ ਹੋਣਾ ਚਾਹੀਦਾ ਹੈ। ਤੇ ਫਿਰ ਅਸੀਂ ਇਸ ਸੰਸਾਰ ਦੀ ਜਿਹੜੀ ਭਾਵਨਾ ਸਾਡੇ ਵਿੱਚ ਹੈ ਇਹਨੂੰ ਜੜੋਂ ਉਖਾੜ ਸਕਦੇ ਹਾਂ। ਤੇ ਫਿਰ ਜਦੋਂ ਅਸੀਂ ਆਤਮ ਪਦ ਭਾਵ ਕੇ ਆਪਣੀ ਆਤਮਾ ਦੇ ਨਾਲ ਜੁੜ ਕੇ ਜਦੋਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਾਂਗੇ, ਅਭਿਆਸ ਕਰਾਂਗੇ, ਤਾਂ ਇਹ ਜੋ ਦ੍ਰਿਸ਼ ਭਰਮ ਭਾਵ ਕਿ ਇਹ ਜੋ ਸੰਸਾਰ ਜੋ ਹੈ ਸਾਡੇ ਸਾਹਮਣੇ, ਇਹ ਜੋ ਭਰਮ ਇੱਕ ਸਾਡੇ ਸਾਹਮਣੇ ਆ ਗਿਆ ਹੈ, ਇਹ ਮਿਟ ਜਾਵੇਗਾ। ਸਾਡੇ ਲਈ ਸਾਰੇ ਪਾਸੇ ਫਿਰ ਉਹ ਪਰਮਾਤਮਾ ਦੀ ਸ਼ਕਤੀ ਹੀ ਰਹਿ ਜਾਵੇਗੀ। ਅਸੀਂ ਉਸ ਦਾ ਅਨੁਭਵ ਕਰਾਂਗੇ ਔਰ ਪਰਮਾਤਮਾ ਦੇ ਸ਼ਕਤੀ ਜੋ ਹੈ ਉਸ ਦਾ ਅਨੁਭਵ ਕਰਕੇ, ਜਿਸ ਤਰ੍ਹਾਂ ਪਰਮਾਤਮਾ ਹਮੇਸ਼ਾ ਆਨੰਦ ਦੇ ਵਿੱਚ ਹੈ, ਸ਼ਾਂਤਪੂਰਵਕ ਹੈ, ਅਸੀਂ ਵੀ ਉਸੇ ਤਰ੍ਹਾਂ
ਆਨੰਦਿਤ ਹੋ ਜਾਵਾਂਗੇ, ਸ਼ਾਂਤਪੂਰਵਕ ਹੋ ਜਾਵਾਂਗੇ। ਇਸ ਸੰਸਾਰ ਦੀ ਵਾਸ਼ਨਾ ਦਾ ਉਦੇ ਹੋਣਾ ਜ਼ਰਾ ਮਰਨ ਤੇ ਮੋਹ ਦੇਣ ਵਾਲਾ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਜਿੰਨੀ ਦੇਰ ਤੱਕ ਸਾਡੇ ਵਿੱਚ ਇਹ ਸੰਸਾਰ ਦੀ ਵਾਸਨਾ ਹੈ, ਉਨੀ ਦੇਰ ਤੱਕ ਇਸ ਸੰਸਾਰ ਦੇ ਜਨਮ ਲੈਣਾ ਔਰ ਫਿਰ ਸਾਡਾ ਇਸ ਸੰਸਾਰ ਤੋਂ ਵਿਦਾ ਹੋ ਜਾਣਾ, ਭਾਵ ਕਿ ਮਰਨਾ ਜੀਣਾ ਸੰਸਾਰ ਦੇ ਵਿੱਚ, ਇਹ ਮੋਹ ਸਾਡੇ ਵਿੱਚ ਬਣ ਜਾਂਦਾ ਹੈ। ਕਿਉਂਕਿ ਸਾਡਾ ਮੋਹ ਜਿਹੜਾ ਹੈ ਸੰਸਾਰ ਦੇ ਨਾਲ ਹੈ। ਅਸੀਂ ਇਹ ਜਿਹੜਾ ਆਉਣ ਜਾਣ ਦਾ ਚੱਕਰ ਹੈ, ਇਸ ਤੋਂ ਫਿਰ ਨਿਕਲ ਨਹੀਂ ਸਕਦੇ। ਜਦ ਸਰੂਪ ਦਾ ਪ੍ਰਮਾਦ ਹੁੰਦਾ ਹੈ ਤਾਂ ਜੀਵ ਦੀ ਇਹ ਕਲਪਨਾ ਉੱਠਦੀ ਹੈ ਤੇ ਆਕਾਸ਼ ਰੂਪੀ ਬੇਅੰਤ ਵਾਇਆ ਨਾਲ ਬੰਧਨ ਵਿੱਚ ਪੈਂਦਾ ਹੁੰਦਾ ਹੈ। ਸੋ ਇਹ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਕਿਉਂਕਿ ਸਾਨੂੰ ਸਾਡੀ ਆਤਮਾ ਦੇ ਬਾਰੇ ਕੋਈ ਗਿਆਨ ਨਹੀਂ, ਸਾਨੂੰ ਸਾਡੀ ਆਤਮਾ ਦੇ ਬਾਰੇ ਕੁਝ ਪਤਾ ਨਹੀਂ ਹੈ, ਔਰ ਇਸ ਤਰ੍ਹਾਂ ਕਰਕੇ ਸਾਡੀ ਜੋ ਇਹ ਸੰਸਾਰੀ ਜਿਹੜੀ ਕਲਪਨਾ ਹੈ ਉਹ ਸਾਡੇ ਮਨ ਦੇ ਵਿੱਚੋਂ ਉੱਠਦੀ ਹੈ। ਤੇ ਫਿਰ ਅਸੀਂ ਜਿਸ ਤਰ੍ਹਾਂ ਫਾਹੇ ਦੇ ਨਾਲ ਜਾਨਵਰ ਨੂੰ ਬੰਨ੍ਹ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਸਾਨੂੰ ਸੰਸਾਰੀ ਫਾਹੇ ਨਾਲ ਮੰਦਾ ਕਰਕੇ ਅਸੀਂ ਵੱਧ ਜਾਂਦੇ ਹਾਂ। ਔਰ ਇੱਕ ਵਾਰੀ ਜਦੋਂ ਅਸੀਂ ਸੰਸਾਰ ਦੇ ਨਾਲ ਇਸ ਸਾਡਾ ਬੰਧਨ ਬਣ ਜਾਂਦਾ ਹੈ, ਤਦ ਵਾਸ਼ਨਾ ਹੋਰ ਵੱਧ ਜਾਂਦੀ ਹੈ ਤੇ ਆਖਦਾ ਹੈ ਕਿ ਇਹ ਮੇਰੇ ਪੁੱਤਰ ਹਨ, ਇਹ ਮੇਰਾ ਤਨ ਹੈ, ਇਹ ਮੇਰੇ ਸੰਬੰਧੀ ਹਨ, ਇਹ ਮੈਂ ਹੈ, ਇਹ ਹੋਰ ਹੈ। ਸੋ ਜਦੋਂ ਸਾਡੀ ਵਾਸਨਾ ਦਾ ਕਰਕੇ ਅਸੀਂ ਮੁਕੰਮਲ ਤੌਰ ਤੇ ਇਸ ਸੰਸਾਰ ਦੇ ਨਾਲ ਵੱਧ ਜਾਂਦੇ ਹਾਂ, ਤਾਂ ਫਿਰ ਸਾਡੇ ਵਿੱਚ ਇਹ ਭਾਵਨਾ ਉੱਠਦੀ ਹੈ, ਅਸੀਂ ਸੰਸਾਰੀ ਬਣ ਜਾਂਦੇ ਹਾਂ ਕਿ ਇਹ ਮੇਰੇ ਪੁੱਤਰ ਹਨ, ਇਹ ਮੇਰਾ ਤਨ ਹੈ, ਇਹ ਮੇਰੇ ਸੰਬੰਧੀ ਹਨ, ਇਹ ਮੈਂ ਹਾਂ, ਇਹ ਹੋਰ ਹੈ। ਇਹ ਜੋ ਵਾਸਨਾ ਦਾ ਕਰਕੇ ਇਹ ਜਿਹੜੀ ਭਾਵਨਾ ਸਾਡੇ ਵਿੱਚ ਬਣ ਜਾਂਦੀ ਹੈ, ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸੰਸਾਰ ਇੱਕ ਭਰਮ ਹੈ। ਇਹ ਜੋ ਸੰਸਾਰ ਦੀ ਤਸਵੀਰ ਹੈ ਮਨ ਨੇ ਖਿੱਚੀ ਹੈ। ਜੇ ਸੰਸਾਰ ਇੱਕ ਭਰਮ ਹੈ ਤੇ ਇਹਦੇ ਵਿੱਚ ਜੋ ਵੀ ਚੀਜ਼ਾਂ ਹਨ ਸਾਰੀਆਂ ਉਹ ਇੱਕ ਭਰਮ ਹੈ, ਸੱਚ ਨਹੀਂ ਹਨ। ਇਸ ਕਰਕੇ ਇਹ ਵਾਸਨਾ ਦਾ ਕਰਕੇ ਅਸੀਂ ਸੰਸਾਰ ਦੇ ਨਾਲ ਆਪਣੇ ਆਪ ਨੂੰ ਜੋੜ ਲੈਂਦੇ ਹਾਂ ਤੇ ਅਸੀਂ ਮਰਨ ਜੀਣ ਦੇ ਚੱਕਰ ਦੇ ਵਿੱਚ ਪੈ ਜਾਂਦੇ ਹਾਂ ਔਰ ਅਸੀਂ ਆਪਣੇ ਰਿਸ਼ਤੇ ਨਾਤੇ ਇਸ ਸੰਸਾਰ ਦੇ ਵਿੱਚ ਬਣਾ ਲੈਂਦੇ ਹਾਂ। ਹੋਰ ਸਾਡੇ ਵਿੱਚ ਬਹੁਤ ਸੰਸਾਰੀ ਵਿਸ਼ੇ ਵਿਕਾਰ ਪੈਦਾ ਹੋ ਜਾਂਦੇ ਹਨ। ਜਿਸ ਸਰੀਰ ਨਾਲ ਮਿਲ ਕੇ ਇਹ ਕਲਪਨਾ ਕਰਦਾ ਹੈ ਉਹ ਸਰੀਰ ਖਾਲੀ ਰੂਪ ਹੈ। ਸੋ ਦੇਖੋ, ਇੱਥੋਂ ਤੱਕ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜਿਹੜੇ ਸਰੀਰ ਦੇ ਨਾਲ ਮਿਲ ਕੇ ਅਸੀਂ ਇਹ ਸੰਸਾਰੀ ਕਲਪਨਾ ਕਰਦੇ ਹਾਂ, ਇਹ ਸਰੀਰ ਵੀ ਜੇ ਦੇਖਿਆ ਜਾਵੇ ਤਾਂ ਖਾਲੀ ਰੂਪ ਹੈ। ਇਹਦੇ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਤੇ ਇੱਕ ਮਿੱਟੀ ਦਾ ਢੇਰ ਬਣ ਜਾਂਦਾ ਹੈ, ਬਿਲਕੁਲ ਖਾਲੀ ਹੋ ਜਾਂਦਾ ਹੈ। ਜਿਵੇਂ ਹਵਾ ਗੋਲੇ ਨਾਲ ਤਰਨ ਉੱਡਦੇ ਹਨ, ਤਿਵੇਂ ਅਵਿਦਿਆ ਰੂਪੀ ਵਾਸ਼ਨਾ ਨਾਲ ਸਰੀਰ ਉੱਡਦੇ ਹਨ। ਕਿ ਦੇਖੋ, ਜਿਸ ਤਰ੍ਹਾਂ ਪਾਣੀ ਹੁੰਦਾ ਹੈ, ਨਦੀਆਂ ਹੁੰਦੀਆਂ ਹਨ, ਸਮੁੰਦਰ ਹੁੰਦਾ ਹੈ, ਜਦੋਂ ਹਵਾ ਤੇਜ਼ ਚੱਲਦੀ ਹੈ ਤੇ ਉਹਦੇ ਵਿੱਚੋਂ ਹਵਾ ਜਿਹੜੀ ਹੈ ਗੋਲੇ ਬਣ ਕੇ ਉਹਦੇ ਵਿੱਚੋਂ ਪਾਣੀ ਦੇ ਵਿੱਚ ਉੱਡਦੇ ਹਨ, ਪਰ ਹੁੰਦੇ ਉਹ ਕੁਝ ਵੀ ਨਹੀਂ ਹੈ। ਬਿਲਕੁਲ ਇਸੇ ਹੀ ਤਰ੍ਹਾਂ ਕਿਉਂਕਿ ਸਾਡੇ ਵਿੱਚ ਅਵਿਦਿਆ ਹੈ, ਭਾਵ ਅਗਿਆਨਤਾ ਹੈ। ਇਹ ਵਿਦਿਆ ਰੂਪੀ ਅਗਿਆਨਤਾ ਰੂਪੀ ਵਾਸਨਾ ਦਾ ਕਰਕੇ ਉਹ ਗੋਲਿਆਂ ਵਾਂਗੂ ਇਹ ਸਰੀਰ ਉੱਡਦੇ ਫਿਰਦੇ ਹਨ, ਪਰ ਅੰਦਰੋਂ ਬਿਲਕੁਲ ਖਾਲੀ ਹੈ। ਇਹ ਆਤਮਾ ਤੋਂ ਬਗੈਰ ਇਸ ਸਰੀਰ ਦੀ ਕੋਈ ਹੋਂਦ ਨਹੀਂ ਰਹਿ ਜਾਂਦੀ। ਮੇਰਾ ਤੇਰਾ ਆਦਿਕ ਜਗਤ ਅਗਿਆਨੀ ਨੂੰ ਲੱਗਦਾ ਹੈ ਤੇ ਗਿਆਨਵਾਨ ਨੂੰ ਸਿਰਫ ਸੱਚ ਬ੍ਰਹਮ ਹੀ ਲੱਗਦਾ ਹੈ ਕਿ ਇਹ ਜੋ ਅਗਿਆਨੀ ਜੀਵ ਹਨ, ਇਹਨਾਂ ਦੇ ਵਿੱਚ ਹੀ ਇਹ ਮੇਰਾ ਹੈ, ਇਹ ਤੇਰਾ ਹੈ। ਇਹ ਜੋ ਭਾਵਨਾ ਆ ਜਾਂਦੀ ਹੈ, ਇਹ ਗਿਆਨਤਾ ਦਾ ਕਾਰਨ ਹੈ, ਅਵਿਦਿਆ ਦਾ ਕਾਰਨ ਹੈ। ਪਰ ਜਿਹੜੇ ਗਿਆਨੀ ਜੀਵ ਹਨ, ਜਿਨ੍ਹਾਂ ਨੇ ਸੰਤ ਮਹਾਤਮਾ ਦੀ ਸੰਗਤ ਕੀਤੀ ਹੈ, ਜਿਨ੍ਹਾਂ ਨੇ ਸਤਸੰਗ ਦੇ ਵਿੱਚ ਆ ਕੇ ਬਾਣੀ ਨੂੰ ਪੜ੍ਹਿਆ ਹੈ, ਸੁਣਿਆ ਹੈ, ਉੱਤੇ ਅਮਲ ਕੀਤਾ ਹੈ, ਉਹਨਾਂ ਲਈ ਸਿਰਫ ਸਾਰੇ ਪਾਸੇ ਉਹਨਾਂ ਨੂੰ ਸੱਚਾ
ਪ੍ਰਭੂ ਪਰਮੇਸ਼ਵਰ ਹੀ ਨਜ਼ਰ ਆਉਂਦਾ ਹੈ, ਉਹਨਾਂ ਨੂੰ ਸਾਰੇ ਪਾਸੇ ਪਾਕ ਬ੍ਰਹਮ ਈਸ਼ਵਰ ਦੀ ਸ਼ਕਤੀ ਹੀ ਨਜ਼ਰ ਆਉਂਦੀ ਹੈ। ਜਿਵੇਂ ਰੱਸੀ ਦੇ ਨਾ ਜਾਣਨ ਨਾਲ ਸੱਪ ਲੱਗਦਾ ਹੈ ਤੇ ਰੱਸੀ ਦੇ ਪੂਰੇ ਗਿਆਨ ਨਾਲ ਸੱਪ ਦਾ ਭਰਮ ਨਸ਼ਟ ਹੋ ਜਾਂਦਾ ਹੈ, ਤਿਵੇਂ ਹੀ ਆਤਮਾ ਦੇ ਅਗਿਆਨ ਕਰਕੇ ਜਗਤ ਲੱਗਦਾ ਹੈ ਤੇ ਆਤਮਾ ਦੇ ਪੂਰੇ ਗਿਆਨ ਨਾਲ ਜਗਤ ਭਰਮ ਨਸ਼ਟ ਹੋ ਜਾਂਦਾ ਹੈ। ਇਸ ਲਈ ਤੁਸੀਂ ਆਤਮਾ ਦੀ ਭਾਵਨਾ ਕਰੋ। ਸੋ ਇੱਕ ਵਾਰੀ ਫਿਰ ਤੋਂ ਭਗਵਾਨ ਵਾਲਮੀਕ ਜੀ ਸਾਨੂੰ ਬੜੀ ਸੋਹਣੀ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਕਈ ਵਾਰੀ ਰੱਸੀ ਪਈ ਹੁੰਦੀ ਹੈ, ਦੂਰੋਂ ਇਸ ਤਰ੍ਹਾਂ ਲੱਗਦਾ ਹੈ ਕਿ ਸੱਪ ਹੈ, ਔਰ ਅਸੀਂ ਕੋਲ ਜਾਂਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿ ਸੱਪ ਨਹੀਂ, ਇਹ ਤਾਂ ਰੱਸੀ ਹੈ, ਮੈਨੂੰ ਇੱਕ ਭੁਲੇਖਾ ਪਿਆ ਹੈ। ਸੋ ਜਦੋਂ ਅਸੀਂ ਰੱਸੀ ਨੂੰ ਜਾਣ ਲੈਂਦੇ ਹਾਂ ਤੇ ਫਿਰ ਉਸ ਸੱਪ ਦਾ ਜਿਹੜਾ ਭਰਮ ਹੁੰਦਾ ਹੈ ਉਹ ਨਸ਼ਟ ਹੋ ਜਾਂਦਾ, ਸੱਪ ਦਾ ਭਰਮ ਨਿਕਲ ਜਾਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਸਾਡੀ ਜੋ ਆਤਮਾ ਹੈ, ਉਸ ਪ੍ਰਭੂ ਪਰਮੇਸ਼ਵਰ ਦੀ ਅੰਸ਼ ਜੋ ਸਾਡੇ ਅੰਦਰ ਬਿਰਾਜਮਾਨ ਹੈ, ਅਸੀਂ ਉਸ ਤੋਂ ਆਪਣੇ ਆਪ ਨੂੰ ਦੂਰ ਕਰ ਲੈਂਦੇ ਹਾਂ, ਅਸੀਂ ਆਪਣੇ ਆਪ ਨੂੰ ਮਨ ਨਾਲ ਜੋੜਦੇ ਹਾਂ ਔਰ ਅਗਿਆਨਤਾ ਦਾ ਕਰਕੇ ਅਸੀਂ ਸਾਰੇ ਪਾਸੇ ਸੰਸਾਰ ਦੇਖਦੇ ਹਾਂ। ਤੇ ਜਦੋਂ ਸਾਡੇ ਵਿੱਚ ਆਤਮਿਕ ਗਿਆਨ ਆ ਜਾਂਦਾ ਹੈ ਤਾਂ ਫਿਰ ਇਹ ਜੋ ਜਗਤ ਭਰਮ ਹੈ ਨਸ਼ਟ ਹੋ ਜਾਂਦਾ ਹੈ। ਜਿਸ ਤਰ੍ਹਾਂ ਰੱਸੀ ਚੋਂ ਸੱਪ ਦਾ ਭਰਮ ਦੂਰ ਹੋ ਗਿਆ ਸੀ, ਬਿਲਕੁਲ ਇਸੇ ਹੀ ਤਰ੍ਹਾਂ ਜਦੋਂ ਸਾਡੇ ਵਿੱਚ ਪਰਮਾਤਮਾ ਦੇ ਨਾਮ ਦਾ ਗਿਆਨ ਆ ਜਾਂਦਾ ਹੈ ਤੇ ਫਿਰ ਇਹ ਜਗਤ ਭਰਮ ਜਿਹੜਾ ਹੈ ਉਹ ਨਸ਼ਟ ਹੋ ਜਾਂਦਾ ਹੈ। ਇਸ ਲਈ ਸਾਨੂੰ ਹਮੇਸ਼ਾ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਆਪਣੀ ਆਤਮਾ ਦੀ ਭਾਵਨਾ ਕਰੀਏ। ਇਹ ਮਨ ਜੋ ਸਾਡਾ ਬਾਹਰ ਮੁਖੀ ਹੋਇਆ ਹੈ, ਕਿਸੇ ਨਾ ਕਿਸੇ ਤਰ੍ਹਾਂ ਇਸ ਨੂੰ ਅੰਤਰਮੁਖੀ ਕਰੀਏ ਔਰ ਸਾਡੇ ਅੰਦਰ ਜੋ ਸਾਡਾ ਸੱਚਾ ਸੁਭਾਅ, ਸਾਡਾ ਸੱਚਾ ਸਰੂਪ, ਉਹ ਪਰਮਾਤਮਾ ਦੀ ਅੰਸ਼ ਜੋ ਆਤਮਾ ਦੇ ਰੂਪ ਦੇ ਵਿੱਚ ਬਿਰਾਜਮਾਨ ਹੈ, ਸਾਨੂੰ ਉਹਦੀ ਭਾਵਨਾ ਕਰਨੀ ਚਾਹੀਦੀ ਹੈ। ਸਾਰੇ ਸਾਡੇ ਭਰਮ ਦੂਰ ਹੋ ਜਾਣਗੇ ਤੇ ਅਸੀਂ ਆਤਮਾ ਦੇ ਨਾਲ ਜੁੜ ਕੇ ਪਰਮਾਤਮਾ ਨੂੰ ਪਾ ਸਕਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਬ੍ਰੇਕ ਦਾ ਸਮਾਂ ਆ ਰਿਹਾ ਹੈ। ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰੀ ਫਿਰ ਤੋਂ ਦੀ ਭਗਵਾਨ ਵਾਲਮੀਕ ਜੀ ਦੀ ਪੁੱਤਰ ਬਾਣੀ ਲੈ ਕੇ ਆਪ ਦੇ ਨਾਲ ਜੁੜਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ। जो बोले सो निर्भय, भगवान वाल्मीक महाराज की जय। जो बोले सो निर्भय, सतगुरु रविदास महाराज की जय। जय गुरुदेव धन गुरुदेव। महाराज तो पुछ जा पुछ ब्रह्मा जा सिर जी नाथ कोलो बहुत ही गल ते विष्णु महाराज तो पुछ रामचंद्र जा राजे अष्टनेमी कोलो मार कंडे जा भारद्वाज तो पुछ सीता सती भी कुछ जान दिए लव कुछ दी जाए आवाज तो पुछ कुछ आप अटवाल तू खोज कर ले पंडित श्री राम जा पढ़े हुए समाज तो पुछ पंडित श्री राम जा पढ़े हुए समाज तो पुछ प्रभु गुरु वाल्मीकि दा प्रभु गुरु
ते ना हुंदा प्रभु गुरु वाल्मीकि दा जे सदका जग ते ना हुंदा ना तारे की ना ये दुनिया ते ना तरती ना ये दुनिया ते कदे भी आसमां हुंदा प्रभु गुरु वाल्मीकि दा जे सदका जग ते ना हुंदा सीता राम दे लक्ष्मण दे नाम भी कदे होंदे सीता राम दे लक्ष्मण दे नाम भी कदे होंदे लव कुछ ते हनुमाना कदे भी नाम ना हुंदा प्रभु गुरु वाल्मीकि दा जे सदका जग ते ना हुंदा चन सूरज ते तारे भी मिलके देण गवाही दी चन सूरज ते तारे भी मिलके देण गवाही दी प्रभु गुरु वाल्मीकि ने रामायण खुद रचाई थी प्रभु गुरु वाल्मीकि दा जे सदका जग ते ना होंदा ना तरती ना ये दुनिया दे कदे भी आसमां होंदा प्रभु गुरु वाल्मीकि दा द्वापर त्रेता ते सतयुग दिलोचन मिलके सारे जी द्वापर त्रेता ते सतयुग दिलोचन मिलके सारे जी प्रभु गुरु वाल्मीकि नो श्रेष्ठी जिस रचाई थी प्रभु गुरु वाल्मीकि दा जे सदका जग ते ना होंदा
प्रभु जी आप सवारे जी लावे कुछ नो दे सिखया ते हक उस नो दवाए जी प्रभु गुरु वाल्मीकि का जे सदका जगत ना होगा। सत भगवान श्री कृष्ण संत भज ना पाया जी सत भगवान श्री कृष्ण संख भज न पाया जी प्रभु वाल्मीकि आए ता संपूर्ण जग हो पाया जी प्रभु गुरु वाल्मीकि का जे सदका जगत ना होगा न धरती ना ये दुनिया के कदे भी आसमां होगा प्रभु गुरु वाल्मीकि का जे सदका जगत ना जो बोले सो भगवान वाल्मीकि महाराज की जय। जो बोले सो निरभय भगवान वाल्मीकि महाराज की जय। गुरु रूप साध संगत जी, ब्रेक तो बाद एक बारी फिर असी भगवान वाल्मीकि जी की पवित्र बाणी श्री योग विशेष महारामायण के विचार लैके आप दे नाल जुड़ते हाँ। गुरु प्यारे साध संगत जी, भगवान वाल्मीकि जी सानू उपदेश करते हैं कि रस्सी और सप की गल हुई सी ब्रेक तो पहलों कि रस्सी विच दो विकल्प होंदे हैं, एक रस्सी का ते दूसरा सप का। वो दोवें विकल्प अज्ञानी नूं होंदे हैं, ज्ञानी नूं नहीं होंदे। कि रस्सी जिहड़ी है उस दे बारे भगवान वाल्मीकि जी सानू दसदे हैं कि उहदे विच दो विकल्प उठते हैं। एक रस्सी जिहड़ी है रस्सी का ते दूसरा जिहड़ा सानू भुलेखा पिया सी कि यह सप है। पर ये दोनों जिहड़े विकल्प हैं, ये जिहड़े भरम हैं, ये अज्ञानी नूं हुंदे हैं, जिन्हां दे विच कोई ज्ञान नहीं है, जिहड़े जीव अविद्या नाल भरे हुए है। जिहड़े ज्ञानी जीव हुंदे हैं वो भरम भुलेखिਆਂ चों अपने आप नूं दूर कर लेंदे हैं। जो जिग्यासू हुंदा है उसकी बिरती सच ते झूठ विच डोलदी रहिंदी है, ते जो ज्ञानवान है उसनूं विचार करके ब्रह्म तत्व ही लगता है। कि देखो जिग्यासुओं के बारे भगवान वाल्मीकि जी सानू समझाते हैं कि जिहड़े जीव जिन्हां दे विच जिग्यासा है, जिन्हां नूं इन्ना ज्ञान नहीं है पर वो कोशिश कर रहे हैं ज्ञान प्राप्त करन दी, उन्हां दी जिहड़ी बिरती हुंदी है वो सच ते झूठ दे विच डोलदी रहिंदी है, क्योंकि उन्हां नूं पूरा ज्ञान नहीं है। पर उन्हां दी कोशिश जरूर है कि असी ज्ञान पाइए, इस करके वो सच ते झूठ दे विच डोलदे रहिंदे हन। पर जिहड़े ज्ञानी जीव हैं, जिन्हां ने ज्ञान की प्राप्ति कर ली है, उन्होंने विचार किया है, उन्होंने अमल किया, मेहनत की है, तो उन्होंने फिर सारे पासे वो ब्रह्म तत्व ही लगता है। वो सच के नाल ही जुड़ते हैं, वो सच ते झूठ से डोलते नहीं। वो जिहड़ा सच है, जो प्रभु परमेश्वर पार ब्रह्म ईश्वर है, जो सच है, आत्मा जो सच है, फिर उस दे विच उन्हां दी बिरती
ਜੋ ਹੈ ਲੱਗ ਜਾਂਦੀ ਹੈ। ਇਸ ਲਈ ਤੁਸੀਂ ਅਗਿਆਨੀ ਨਾ ਹੋਣਾ, ਗਿਆਨੀ ਹੋਣਾ। ਜੋ ਕੁਝ ਜਗਤ ਦੀ ਵਾਸ਼ਨਾ ਹੈ ਉਹਨਾਂ ਸਾਰਿਆਂ ਦਾ ਤਿਆਗ ਕਰੋ, ਤਦ ਸ਼ਾਂਤੀ ਪ੍ਰਾਪਤ ਹੋਵੇਗੀ। ਸੋ ਭਗਵਾਨ ਵਾਲਮੀਕ ਜੀ ਸਾਨੂੰ ਸਾਰਿਆਂ ਨੂੰ ਉਪਦੇਸ਼ ਕਰਦੇ ਹਨ ਕਿ ਤੁਸੀਂ ਇਹ ਜਨਮ ਤੁਹਾਨੂੰ ਮਿਲਿਆ ਹੈ ਤੇ ਤੁਸੀਂ ਕੀ ਕਰਨਾ ਹੈ, ਕਰਨਾ ਕੀ ਹੈ। ਅਸੀਂ ਭਗਵਾਨ ਵਾਲਮੀਕ ਜੀ ਕੀ ਉਪਦੇਸ਼ ਕਰਦੇ ਹਨ ਕਿ ਅਗਿਆਨਤਾ ਨੂੰ ਦੂਰ ਕਰੋ, ਕਿਸੇ ਨਾ ਕਿਸੇ ਤਰ੍ਹਾਂ ਗਿਆਨ ਦੀ ਪ੍ਰਾਪਤੀ ਕਰੋ, ਤਾਂ ਕਿ ਇਹ ਜੋ ਜਗਤ ਦੀ ਵਾਸਨਾ ਹੈ ਉਸ ਦਾ ਤੁਸੀਂ ਤਿਆਗ ਕਰੋ। ਉਹ ਗਿਆਨ ਤੋਂ ਇਹ ਜਗਤ ਦੀ ਜਿਹੜੀ ਵਾਸਨਾ ਹੈ, ਇਹ ਜੋ ਸੰਸਾਰੀ ਇੱਛਾ ਹੈ, ਇਸ ਨੂੰ ਅਸੀਂ ਦੂਰ ਨਹੀਂ ਕਰ ਸਕਦੇ। ਪਰ ਜਦੋਂ ਅਸੀਂ ਗਿਆਨ ਦੀ ਪ੍ਰਾਪਤੀ ਕਰਕੇ ਇਸ ਸੰਸਾਰੀ ਵਾਸਨਾ, ਸੰਸਾਰੀ ਇੱਛਾ, ਇਸ ਨੂੰ ਦੂਰ ਕਰ ਦੇਵਾਂਗੇ ਤਾਂ ਫਿਰ ਅਸੀਂ ਸ਼ਾਂਤੀ ਪ੍ਰਾਪਤ ਕਰ ਲਵਾਂਗੇ। ਸੰਸਾਰ ਭੋਗ ਦੀ ਵਾਸ਼ਨਾ ਵੀ ਤਦ ਹੁੰਦੀ ਹੈ ਜਦ ਅਨਾਤਮਾ ਵਿੱਚ ਆਤਮ ਅਭਿਮਾਨ ਹੁੰਦਾ ਹੈ। ਤੁਸੀਂ ਇਸ ਨਾਲ ਕਿਉਂ ਅਭਿਮਾਨ ਕਰਦੇ ਹੋ ਕਿ ਇਹ ਜਿਹੜੇ ਸੰਸਾਰੀ ਭੋਗ ਹਨ, ਇਹਨਾਂ ਦੇ ਨਾਲ ਵਾਸਨਾ ਕਿਸ ਤਰ੍ਹਾਂ ਹੁੰਦੀ ਹੈ ਸਾਡੀ? ਜਦੋਂ ਸਾਨੂੰ ਸਾਡੀ ਆਤਮਾ, ਜੋ ਸਾਡੇ ਅੰਦਰ ਪ੍ਰਮਾਤਮਾ ਹੈ, ਉਸ ਦੇ ਬਾਰੇ ਕੋਈ ਗਿਆਨ ਨਹੀਂ ਹੈ। ਅਨਾਤਮਾ, ਜਦੋਂ ਅਸੀਂ ਆਪਣੇ ਸਰੀਰ ਨਾਲ ਜੁੜਦੇ ਹਾਂ, ਸੰਸਾਰ ਦੇ ਨਾਲ ਜੁੜਦੇ ਹਾਂ, ਜਿਨ੍ਹਾਂ ਦੇ ਵਿੱਚ ਕੋਈ ਆਤਮਾ ਵਾਲੀ ਗੱਲ ਨਹੀਂ ਹੈ, ਤਾਂ ਫਿਰ ਸਾਡੇ ਵਿੱਚ ਅਭਿਮਾਨ ਉੱਠਦਾ ਹੈ। ਤੇ ਉਹ ਅਭਿਮਾਨ ਅਸੀਂ ਕਿਸ ਦਾ, ਕਦ ਲਈ ਕਰਦੇ ਹਾਂ? ਆਪਣੇ ਸਰੀਰ ਦਾ, ਆਪਣੇ ਮਨ ਦਾ। ਪਰ ਭਗਵਾਨ ਵਾਲਮੀਕ ਜੀ ਕਹਿੰਦੇ ਹਨ ਇਹ ਦੇਹ ਤਾਂ ਮੂਕ ਜੜ ਹੈ ਤੇ ਹੱਡੀ ਮਾਂਸ ਦੀ ਥੈਲੀ ਹੈ। ਇਹ ਜੋ ਸਰੀਰ ਹੈ ਜਿਸ ਦੇ ਵਿੱਚ ਅਸੀਂ ਅਭਿਮਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਹ ਤਾਂ ਜਿਸ ਤਰ੍ਹਾਂ ਜੜ ਹੈ ਕਿ ਜਿਸ ਤਰ੍ਹਾਂ ਮਿੱਟੀ ਹੁੰਦੀ ਹੈ, ਬਿਲਕੁਲ ਉਸੇ ਹੀ ਤਰ੍ਹਾਂ ਹੈ। ਇੱਕ ਹੱਡੀਆਂ ਦੀ ਔਰ ਮਾਂਸ ਦੀ ਇੱਕ ਥੈਲੀ ਹੈ। ਅਜਿਹੀ ਦੇਹ ਤੁਸੀਂ ਕਿਉਂ ਹੁੰਦੇ ਹੋ ਔਰ ਅਸੀਂ ਇਹੋ ਜਿਹੀ ਦੇਹ ਕਿਉਂ ਬਣਨਾ ਹੈ ਜਿਹੜੀ ਮੂਕ ਜੜ ਹੈ? ਜਦ ਤੱਕ ਦੇਹ ਵਿੱਚ ਅਭਿਮਾਨ ਹੁੰਦਾ ਹੈ ਤਦ ਤੱਕ ਸੁੱਖ ਤੇ ਦੁੱਖ ਭੋਗਦਾ ਹੈ ਤੇ ਇੱਛਾ ਕਰਦਾ ਹੈ। ਔਰ ਜਿੰਨੀ ਦੇਰ ਤੱਕ ਅਸੀਂ ਆਪਣੇ ਸਰੀਰ ਦੇ ਨਾਲ ਜੁੜੇ ਹੋਏ ਹਨ, ਸਾਨੂੰ ਆਪਣੇ ਸਰੀਰ ਦਾ ਅਭਿਮਾਨ ਹੈ, ਉਨੀ ਦੇਰ ਤੱਕ ਅਸੀਂ ਸੁੱਖ ਤੇ ਦੁੱਖ ਭੋਗਦੇ ਹਾਂ। ਕਿਉਂਕਿ ਸੁੱਖ ਦੁੱਖ ਜਿਹੜੇ ਸਾਡੇ ਕਰਮਾਂ ਦਾ ਕਰਕੇ ਸਾਨੂੰ ਮਿਲਦੇ ਹਨ, ਉਹ ਸਾਡੇ ਸਰੀਰ ਨੂੰ ਮਿਲਦੇ ਹਨ। ਅੱਛੇ ਕਰਮ ਕਰਾਂਗੇ ਸਾਡਾ ਸਰੀਰ ਵੀ ਸੁਖੀ ਹੋਵੇਗਾ, ਬੁਰੇ ਕਰਮ ਕਰਾਂਗੇ ਸਾਡਾ ਜਿਹੜਾ ਸਰੀਰ ਉਸ ਨੂੰ ਹੀ ਦੁੱਖ ਮਿਲੇਗਾ। ਔਰ ਅਸੀਂ ਆਪਣੇ ਸਰੀਰ ਦੇ ਨਾਲ ਜੁੜ ਕੇ ਸੰਸਾਰ ਦੇ ਵਿੱਚ ਫਸੇ ਹੋਏ ਇੱਛਾ ਤੋਂ ਰਹਿਤ ਨਹੀਂ ਹੋ ਸਕਦੇ। ਜਿਵੇਂ ਲੱਕੜ ਤੇ ਲਾਖ ਅਤੇ ਬੱਦਲ ਤੇ ਆਕਾਸ਼ ਦਾ ਮੇਲ ਹੁੰਦਾ ਹੈ, ਤਿਵੇਂ ਹੀ ਦੇਹ ਤੇ ਦੇਹੀ ਦਾ ਮੇਲ ਹੈ। ਕਿ ਦੇਖੋ ਭਗਵਾਨ ਵਾਲਮੀਕ ਜੀ ਫਿਰ ਸਾਨੂੰ ਉਦਾਹਰਨ ਦੇ ਕੇ ਸਮਝਾਉਂਦੇ ਕਿ ਲੱਕੜ ਹੁੰਦੀ ਹੈ ਤੇ ਲਾਖ, ਇਹ ਦੋਨਾਂ ਦਾ ਆਪਸ ਵਿੱਚ ਮੇਲ ਹੈ। ਜਿਸ ਤਰ੍ਹਾਂ ਬੱਦਲ ਤੇ ਆਕਾਸ਼ ਦਾ ਆਪਸ ਵਿੱਚ ਮੇਲ ਹੈ, ਬਿਲਕੁਲ ਇਸੇ ਹੀ ਤਰ੍ਹਾਂ ਦੇਹ ਤੇ ਦੇਹੀ ਦਾ ਮੇਲ ਹੁੰਦਾ ਹੈ। ਜਿਹੜਾ ਦੇਹ ਸਾਡੇ ਜਿਹੜਾ ਸਰੀਰ ਹੈ ਔਰ ਸਰੀਰ ਵਾਲਾ, ਜਿਵੇਂ ਨਲੀ ਅੰਦਰ ਆਕਾਸ਼ ਹੁੰਦਾ ਹੈ, ਸੋ ਉਸ ਦੇ ਨਸ਼ਟ ਹੋਣ ਨਾਲ ਆਕਾਸ਼ ਵੀ ਨਸ਼ਟ ਨਹੀਂ ਹੁੰਦਾ। ਜਿਵੇਂ ਕੱਟ ਦੇ ਨਸ਼ਟ ਹੋਣ ਨਾਲ ਕੱਟ ਆਕਾਸ਼ ਨਹੀਂ ਨਸ਼ਟ ਹੁੰਦਾ, ਤਿਵੇਂ ਹੀ ਦੇਹ ਦੇ ਨਸ਼ਟ ਹੋਣ ਨਾਲ ਆਤਮਾ ਦਾ ਨਾਸ਼ ਨਹੀਂ ਹੁੰਦਾ। ਕਿ ਸਾਡੀ ਜਿਹੜੀ ਆਤਮਾ ਪ੍ਰਮਾਤਮਾ ਦੀ ਅੰਸ਼ ਹੈ, ਉਹ ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਉਸੇ ਆਤਮਾ ਨੇ ਪ੍ਰਮਾਤਮਾ ਦੀ ਤਰ੍ਹਾਂ ਰਹਿਣਾ ਹੈ। ਪਰ ਇਹ ਜਿਹੜਾ ਸਾਡਾ ਸਰੀਰ ਹੈ, ਇਹ ਮਿੱਟੀ ਹੈ, ਇਹ ਉਨੀ ਦੇਰ ਤੱਕ ਚੱਲਦਾ ਫਿਰਦਾ ਜਿੰਨੀ ਦੇਰ ਤੱਕ ਇਹ ਆਤਮਾ ਹੈ। ਔਰ ਇੱਕ ਦਿਨ ਇਹਨੇ ਸਰੀਰ ਨੇ ਖਤਮ ਹੋ ਜਾਣਾ ਹੈ, ਜਦੋਂ ਇਹਦੇ ਵਿੱਚੋਂ ਆਤਮਾ ਨਿਕਲ ਜਾਂਦੀ ਹੈ। ਭਗਵਾਨ ਵਾਲਮੀਕ ਜੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਨਲੀ ਹੁੰਦੀ ਹੈ, ਉਹਦੇ ਅੰਦਰ ਹਵਾ ਹੁੰਦੀ ਹੈ, ਅਤੇ ਜੋ ਉਹ ਨਲੀ ਜਿਹੜੀ ਹੁੰਦੀ ਹੈ, ਜੇ ਉਹ ਨਸ਼ਟ ਹੋ ਜਾਵੇ ਤੇ ਜਿਹੜੀ ਹਵਾ ਹੁੰਦੀ ਹੈ ਉਹ ਹਵਾ ਦੇ ਨਾਲ ਮਿਲ ਜਾਂਦੀ ਹੈ। ਹਵਾ ਨੂੰ ਕੋਈ ਫਰਕ ਨਹੀਂ ਪੈਂਦਾ। ਜਿਸ ਤਰ੍ਹਾਂ
ਆਕਾਸ਼ ਦੇ ਵਿੱਚ ਬੱਦਲ ਹੁੰਦੇ ਹਨ, ਜੇ ਉਹ ਬੱਦਲ ਖਤਮ ਹੋ ਜਾਣ ਤੇ ਜਿਹੜਾ ਆਕਾਸ਼ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ। ਬਿਲਕੁਲ ਇਸੇ ਹੀ ਤਰ੍ਹਾਂ ਜਦੋਂ ਜੇ ਸਾਡੀ ਦੇਹ ਨਸ਼ਟ ਹੋ ਜਾਵੇ, ਸਾਡਾ ਸਰੀਰ ਨਸ਼ਟ ਹੋ ਜਾਵੇ, ਤਾਂ ਜਿਹੜੀ ਆਤਮਾ ਹੈ ਉਹਦਾ ਨਾਸ਼ ਨਹੀਂ ਹੁੰਦਾ। ਸਾਡੀ ਆਤਮਾ ਅਮਰ ਹੈ, ਜਿਸ ਤਰ੍ਹਾਂ ਪਰਮਾਤਮਾ ਹੈ। ਸਾਡੇ ਸਰੀਰ ਨੂੰ ਜੋ ਮਰਜ਼ੀ ਹੋ ਜਾਵੇ, ਪਰ ਸਾਡੀ ਆਤਮਾ ਜਿਹੜੀ ਹੈ ਉਹਨੂੰ ਕੁਛ ਨਹੀਂ ਫਰਕ ਪੈਂਦਾ। ਪਹਿਲਾਂ ਵੀ ਸੀ, ਹੁਣ ਵੀ, ਅੱਗੇ ਵੀ ਸਾਡੀ ਆਤਮਾ ਨੇ ਹੀ ਰਹਿਣਾ ਹੈ। ਇਹ ਸਰੀਰ ਹੀ ਹੈ ਜੋ ਖਤਮ ਹੋ ਜਾਂਦਾ ਹੈ। ਜਿਵੇਂ ਮਿਰਗ ਤ੍ਰਿਸ਼ਨਾ ਦੀ ਨਦੀ ਭੁਲੇਖੇ ਕਰਕੇ ਲੱਗਦੀ ਹੈ, ਤਿਵੇਂ ਹੀ ਅਗਿਆਨ ਕਰਕੇ ਸੁੱਖ ਦੁੱਖ ਦੀ ਕਲਪਨਾ ਹੁੰਦੀ ਹੈ। ਇੱਕ ਵਾਰੀ ਫੇਰ ਭਗਵਾਨ ਵਾਲਮੀਕ ਜੀ ਸਾਨੂੰ ਮਿਰਗ ਤ੍ਰਿਸ਼ਨਾ ਦੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਦੇਖੋ, ਰੇਗਿਸਤਾਨ ਦੇ ਵਿੱਚ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਤੇ ਪਾਣੀ ਦਾ ਭੁਲੇਖਾ ਪੈਂਦਾ ਕਿ ਪਾਣੀ ਹੈ, ਪਰ ਉਹ ਇੱਕ ਚਮਕ ਹੁੰਦੀ, ਪਾਣੀ ਨਹੀਂ ਹੁੰਦਾ। ਬਿਲਕੁਲ ਇਸੇ ਹੀ ਤਰ੍ਹਾਂ ਅਗਿਆਨਤਾ ਦਾ ਕਰਕੇ ਇਹ ਸੁੱਖ ਦੁੱਖ ਦੀ ਜਿਹੜੀ ਕਲਪਨਾ ਉੱਠਦੀ ਹੈ। ਜਦੋਂ ਅਗਿਆਨਤਾ ਦੂਰ ਹੋ ਜਾਵੇਗੀ ਤੇ ਇਹ ਸੁੱਖ ਦੁੱਖ ਦੀ ਜਿਹੜੀ ਕਲਪਨਾ ਹੈ ਉਹ ਵੀ ਮਿਟ ਜਾਵੇਗੀ। ਇਸ ਲਈ ਤੁਸੀਂ ਸੁੱਖ ਦੁੱਖ ਦੀ ਕਲਪਨਾ ਨੂੰ ਤਿਆਗ ਕਰਕੇ ਆਪਣੇ ਸੁਭਾਅ ਸਤਾ ਵਿੱਚ ਟਿਕੋ। ਸੋ ਭਗਵਾਨ ਵਾਲਮੀਕ ਜੀ ਉਪਦੇਸ਼ ਕਰਦੇ ਹਨ। ਇਸ ਲਈ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਇਹ ਜਿਹੜੀ ਸੁੱਖ ਦੁੱਖ ਦੀ ਕਲਪਨਾ ਹੈ ਇਸ ਦਾ ਅਸੀਂ ਤਿਆਗ ਕਰਨਾ ਹੈ, ਔਰ ਆਪਣੇ ਸੁਭਾਅ ਸਤਾ ਜਿਹੜੀ ਸਾਡੀ ਆਤਮਿਕ ਸ਼ਕਤੀ ਹੈ ਉਹਦੇ ਵਿੱਚ ਅਸੀਂ ਟਿਕਣਾ ਹੈ। ਉਹ ਸ਼ਕਤੀ ਪ੍ਰਭੂ ਪਰਮੇਸ਼ਰ ਦੀ ਸ਼ਕਤੀ ਹੈ, ਉਹਦੇ ਵਿੱਚ ਅਸੀਂ ਟਿਕਾਂਗੇ ਤੇ ਅਸੀਂ ਸੁਖੀ ਹੋ ਜਾਵਾਂਗੇ। ਕੋਈ ਸਾਨੂੰ ਦੁੱਖ ਨਹੀਂ ਹੋਵੇਗਾ, ਸਾਡੇ ਵਿੱਚ ਸ਼ਾਂਤੀ ਆ ਜਾਵੇਗੀ, ਆਨੰਦ ਆ ਜਾਵੇਗਾ। ਬੜੀ ਹੈਰਾਨੀ ਹੈ ਕਿ ਬ੍ਰਹਮ ਤਤ ਸਤ ਸਰੂਪ ਹੈ, ਪਰ ਮਨੁੱਖ ਉਸ ਨੂੰ ਭੁੱਲ ਗਿਆ ਹੈ ਤੇ ਜੋ ਅਸਤ ਅਵਿਦਿਆ ਹੈ ਉਸ ਨੂੰ ਬਾਰ-ਬਾਰ ਯਾਦ ਕਰਦਾ ਹੈ। ਅਜਿਹੀ ਅਵਿਦਿਆ ਨੂੰ ਤੁਸੀਂ ਨਾ ਪ੍ਰਾਪਤ ਹੋਵੋ। ਸੋ ਦੇਖੋ, ਭਗਵਾਨ ਵਾਲਮੀਕ ਜੀ ਨੇ ਸਾਨੂੰ ਕਿੰਨਾ ਸੋਹਣਾ ਉਪਦੇਸ਼, ਸਾਨੂੰ ਇੱਕ ਸੱਚਾਈ ਦੱਸੀ ਹੈ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜੋ ਪਰਮਾਤਮਾ ਦਾ ਤੱਤ ਹੈ, ਜੋ ਸੱਚਾ ਸਰੂਪ ਹੈ, ਪਾਰ ਬ੍ਰਹਮ ਈਸ਼ਵਰ ਹੈ, ਉਸ ਨੂੰ ਇਹ ਜੋ ਮਨੁੱਖ ਹਨ, ਇਹ ਜੀਵ ਹਨ, ਉਸ ਨੂੰ ਭੁੱਲ ਗਏ ਹਨ। ਤੇ ਜਿਹੜਾ ਇੱਕ ਝੂਠ ਹੈ, ਇਹ ਜੋ ਅਵਿਦਿਆ ਹੈ, ਉਸ ਦੇ ਨਾਲ ਜੁੜ ਕੇ ਉਹ ਸੰਸਾਰੀ ਬਣ ਗਏ ਹਨ ਤੇ ਪਰਮਾਤਮਾ ਤੋਂ ਉਹਨਾਂ ਨੇ ਆਪਣੇ ਆਪ ਨੂੰ ਦੂਰ ਕਰ ਲਿਆ ਹੈ। ਤੇ ਇਹੋ ਜਿਹੀ ਜਿਹੜੀ ਅਵਿਦਿਆ ਹੈ, ਅਗਿਆਨਤਾ ਹੈ, ਕਿਸੇ ਨਾ ਕਿਸੇ ਤਰ੍ਹਾਂ ਉਸ ਦੀ ਤੁਸੀਂ ਪ੍ਰਾਪਤੀ ਨਹੀਂ ਕਰਨੀ। ਤੁਸੀਂ ਉਲਟਾ ਜਾਣਾ ਹੈ। ਇਹ ਅਵਿਦਿਆ ਨੂੰ, ਅਗਿਆਨਤਾ ਨੂੰ ਦੂਰ ਕਰਨਾ ਹੈ। ਤੁਸੀਂ ਆਪਣੀ ਇਹ ਪਰਮ ਭੁਲੇਖਿਆ ਵਾਲੀ ਕਲਪਨਾ ਤੋਂ ਦੂਰ ਹੋ ਕੇ ਜੋ ਤੁਹਾਡਾ ਸੱਚਾ ਸਰੂਪ ਤੁਹਾਡੇ ਅੰਦਰ ਹੈ, ਤੁਹਾਡੀ ਜੋ ਆਤਮਾ, ਉਹ ਪਰਮਾਤਮਾ ਦੀ ਜੋ ਅੰਸ਼ ਹੈ, ਉਸ ਦੇ ਨਾਲ ਤੁਸੀਂ ਜੁੜਨਾ ਹੈ। ਫਿਰ ਹੀ ਤੁਸੀਂ ਸ਼ਾਂਤੀ ਦੀ ਪ੍ਰਾਪਤੀ ਕਰ ਸਕਦੇ ਹਾਂ। ਮਨ ਦਾ ਮੰਨਣ ਹੀ ਅਵਿਦਿਆ ਹੈ ਤੇ ਅਨਰਥ ਦਾ ਕਾਰਨ ਹੈ। ਇਸ ਲਈ ਜੀਵ ਅਨੇਕ ਭਰਮ ਵੇਖਦਾ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਆਪਣੇ ਮਨ ਦੇ ਮਗਰ ਲੱਗੇ ਹੋਏ ਹਾਂ, ਜਿਸ ਤਰ੍ਹਾਂ ਤੁਹਾਡਾ ਮਨ ਤੁਹਾਨੂੰ ਕਹਿੰਦਾ ਹੈ ਉਸ ਤਰ੍ਹਾਂ ਕਰਦੇ ਹਾਂ। ਇਹ ਸਾਡੇ ਵਿੱਚ ਅਵਿਦਿਆ ਪੈਦਾ ਹੁੰਦੀ ਹੈ, ਅਗਿਆਨਤਾ ਪੈਦਾ ਹੁੰਦੀ ਹੈ ਤੇ ਇਹ ਹੀ ਵੱਡੇ ਅਨਰਥ ਦਾ ਕਾਰਨ ਹੈ। ਇਸ ਕਰਕੇ ਇਹ ਮਨ ਦਾ ਕਰਕੇ, ਅਵਿਦਿਆ ਦਾ ਕਰਕੇ, ਜੋ ਅਗਿਆਨਤਾ ਹੈ ਉਸ ਦਾ ਕਰਕੇ ਅਸੀਂ ਭਰਮਾਂ ਵਿੱਚ ਪਏ ਹੋਏ ਹਾਂ। ਮਨ ਦੇ ਫੁਰਨੇ ਕਰਕੇ ਅੰਮ੍ਰਿਤ ਨਾਲ ਪੂਰਨ ਚੰਦਰਮਾ ਦਾ ਪਰਛਾਵਾਂ ਵੀ ਨਰਕ ਦੀ ਅੱਗ ਵਾਂਗ ਲੱਗਦਾ ਹੈ ਤੇ ਵੱਡੀਆਂ ਲਹਿਰਾਂ, ਤਰੰਗਾਂ ਤੇ ਕਮਲਾ ਸਹਿਤ ਜਲ ਵੀ ਮਾਰੂਥਲ ਦੀ ਨਦੀ ਵਰਗਾ ਲੱਗਦਾ ਹੈ ਕਿ ਇਹ ਮਨ ਦੇ ਵਿੱਚੋਂ ਜੋ ਫੁਰਨਾ ਉੱਠਦਾ ਹੈ ਉਸ ਦਾ ਕਰਕੇ ਇਹ ਦੇਖੋ, ਜਿਹੜਾ ਅੰਮ੍ਰਿਤ ਦੇ ਨਾਲ ਪੂਰਨ ਚੰਦਰਮਾ ਹੁੰਦਾ ਹੈ ਉਹਦਾ ਪਰਛਾਵਾਂ ਵੀ ਨਰਕ ਵਾਂਗੂ ਲੱਗਦਾ ਹੈ। ਇਹ ਮਨ ਦੇ ਮਗਰ ਲੱਗਣ ਵਾਲੀ ਗੱਲ ਹੈ। ਤੇ ਜੋ ਵੱਡੀਆਂ ਲਹਿਰਾਂ, ਤਰੰਗਾਂ ਤੇ ਕਮਲਾ ਸਹਿ ਜਲ ਔਰ ਜੋ ਮਾਰੂਥਲ ਦੀ ਨਦੀ ਹੁੰਦੀ ਹੈ, ਇਹ ਬਿਲਕੁਲ ਉਸੇ ਤਰ੍ਹਾਂ ਲੱਗਦਾ ਹੈ ਜਿਵੇਂ ਸੁਪਨੇ ਵਿੱਚ ਮਨ ਦੇ ਫੁਰਨੇ ਨਾਲ ਤਰ੍ਹਾਂ ਤਰ੍ਹਾਂ ਦੇ ਸੁੱਖ ਅਤੇ ਦੁੱਖ ਮਹਿਸੂਸ ਹੁੰਦੇ ਹਨ।
ਤਿਵੇਂ ਇਹ ਸਾਰਾ ਜਗਤ ਪਰਮ ਚਿੱਤ ਨੂੰ ਵਾਸ਼ਨਾ ਕਰਕੇ ਲੱਗਦਾ ਹੈ। ਸੋ ਭਗਵਾਨ ਮਾਮੀ ਜੀ ਸਾਨੂੰ ਫਿਰ ਇੱਕ ਬੜੀ ਸੋਹਣੀ ਮਿਸਾਲ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਅਸੀਂ ਸੁੱਤੇ ਪਏ ਹੁੰਦੇ ਹਾਂ, ਸਾਨੂੰ ਸੁਪਨਾ ਆਉਂਦਾ ਹੈ ਔਰ ਉਹਦੇ ਵਿੱਚ ਸੁੱਤਿਆਂ ਪਿਆਂ ਦੇ ਸਾਡਾ ਮਨ ਜਿਹੜਾ ਫੁਰਦਾ ਹੈ ਸੁਪਨੇ ਦੇ ਵਿੱਚ, ਉਸ ਦੇ ਨਾਲ ਅਸੀਂ ਤਰ੍ਹਾਂ ਤਰ੍ਹਾਂ ਦੇ ਸੁੱਖ ਅਤੇ ਦੁੱਖ ਮਹਿਸੂਸ ਕਰਦੇ ਹਾਂ। ਬਿਲਕੁਲ ਇਸੇ ਹੀ ਤਰ੍ਹਾਂ ਇਹ ਸਾਰਾ ਜਗਤ ਜੋ ਹੈ ਇਹ ਵਾਸਨਾ ਦਾ ਕਰਕੇ, ਕਿਉਂਕਿ ਸਾਡੇ ਚਿੱਤ ਦੇ ਵਿੱਚੋਂ ਵਾਸਨਾ ਉੱਠਦੀ ਹੈ, ਉਸ ਦਾ ਕਰਕੇ ਇਹ ਜਗਤ ਅਸੀਂ ਸਾਡੇ ਸਾਹਮਣੇ ਦੇਖਦੇ ਹਾਂ ਔਰ ਇਹ ਜਗਤ ਦੀ ਸਾਨੂੰ ਭਾਵਨਾ ਹੁੰਦੀ ਹੈ। ਜਾਗਦੇ ਤੇ ਸੁਪਨੇ ਵਿੱਚ ਇਹ ਜੀਵ ਮਨ ਦੇ ਫੁਰਨੇ ਨਾਲ ਵਿਚਿੱਤਰ ਰਚਨਾ ਵੇਖਦਾ ਹੈ। ਅਸੀਂ ਜਾਗਦੇ ਹੋਈਏ ਜਾਂ ਸੁਪਨੇ ਵਿੱਚ ਹੋਈਏ, ਇਹ ਜੀਵ ਦੇ ਮਨ ਦੇ ਵਿੱਚੋਂ ਫੁਰਨਾ ਉੱਠਦਾ ਹੀ ਰਹਿੰਦਾ ਹੈ, ਭਾਵੇਂ ਉਹ ਜਾਗਦਾ ਹੋਵੇ ਜਾਂ ਸੁੱਤਾ ਪਿਆ ਹੋਵੇ। ਤੇ ਅਸੀਂ ਬੜੇ ਵਿਚਿੱਤਰ ਰਚਨਾ ਅਸੀਂ ਆਪਣੇ ਸੁਪਨੇ ਵਿੱਚ ਵੀ ਦੇਖਦੇ ਹਾਂ ਤੇ ਅਸੀਂ ਜਾਗਦੇ ਹੋਏ ਵੀ ਦੇਖਦੇ ਹਾਂ। ਜਿਵੇਂ ਸਵਰਗ ਵਿੱਚ ਬੈਠੇ ਹੋਏ ਨੂੰ ਵੀ ਸੁਪਨੇ ਵਿੱਚ ਨਰਕਾਂ ਦਾ ਅਨੁਭਵ ਹੁੰਦਾ ਹੈ, ਤਿਵੇਂ ਹੀ ਆਨੰਦ ਰੂਪ ਆਤਮਾ ਵਿੱਚ ਪ੍ਰਮਾਦ ਕਰਕੇ ਦੁੱਖ ਮਹਿਸੂਸ ਹੁੰਦਾ ਹੈ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜੇ ਕੋਈ ਸਵਰਗ ਦੇ ਵਿੱਚ ਬੈਠਾ ਹੋਏ ਤੇ ਉਹਨੂੰ ਸੁਪਨੇ ਵਿੱਚ ਨਰਕਾਂ ਦਾ ਅਨੁਭਵ ਹੋਵੇਗਾ, ਨਰਕ ਮਹਿਸੂਸ ਕਰੇਗਾ। ਬਿਲਕੁਲ ਇਸੇ ਹੀ ਤਰ੍ਹਾਂ ਸਾਡੀ ਜਿਹੜੀ ਆਤਮਾ ਹੈ ਇਹ ਆਨੰਦ ਰੂਪ ਹੈ, ਪਰ ਕਿਉਂਕਿ ਅਸੀਂ ਆਪਣੀ ਆਤਮਾ ਨੂੰ ਜਾਣ ਨਹੀਂ ਸਕੇ, ਸਾਡੀ ਅਕਲ ਦੇ ਉੱਤੇ ਇਹੋ ਜਿਹਾ ਪਰਦਾ ਪਿਆ ਹੋਇਆ ਹੈ, ਇਸ ਕਰਕੇ ਅਸੀਂ ਦੁੱਖ ਮਹਿਸੂਸ ਕਰਦੇ ਹਾਂ। ਜੇ ਅਸੀਂ ਆਪਣੀ ਆਤਮਾ ਦੀ ਪਹਿਚਾਨ ਕਰ ਲਈਏ, ਸਾਡੇ ਭਰਮ ਭੁਲੇਖੇ ਦੂਰ ਕਰ ਲਈਏ, ਤੇ ਇਹ ਜਿਹੜੇ ਦੁੱਖ ਅਸੀਂ ਮਹਿਸੂਸ ਕਰਦੇ ਹਨ ਇਹ ਸੁੱਖ ਦੇ ਵਿੱਚ ਬਦਲ ਸਕਦੇ ਹਨ। ਸਾਨੂੰ ਆਨੰਦ ਮਿਲੇਗਾ, ਸ਼ਾਂਤੀ ਮਿਲੇਗੀ, ਪਰ ਇਹ ਸ਼ਰਤ ਹੈ ਭਗਵਾਨ ਵਾਲਮੀਕ ਜੀ ਨੇ ਸਾਡੇ ਨਾਲ ਸਾਹਮਣੇ ਰੱਖੀ ਕਿ ਤੁਸੀਂ ਆਪਣੀ ਆਤਮਾ ਨੂੰ ਪਹਿਚਾਨਣਾ ਹੈ, ਕਿਸੇ ਨਾ ਕਿਸੇ ਤਰ੍ਹਾਂ ਉਹਦੇ ਨਾਲ ਜੁੜਨਾ ਹੈ ਔਰ ਆਪਣੇ ਭਰਮ ਭੁਲੇਖੇ ਦੂਰ ਕਰਨੇ ਹਨ। ਭਗਵਾਨ ਵਾਲਮੀਕ ਜੀ ਅੱਗੇ ਚੱਲ ਕੇ ਸਮਝਾਉਂਦੇ ਹਨ, ਅਗਿਆਨੀ ਨੂੰ ਮਨ ਦੇ ਫੁਰਨੇ ਕਰਕੇ ਖਾਲੀ ਅਣੂ ਵਿੱਚ ਵੀ ਸਾਰਾ ਜਗਤ ਭਰਮ ਦਿਸਦਾ ਹੈ। ਜਿਵੇਂ ਰਾਜਾ ਲਵਣ ਨੂੰ ਤਖਤ ਉੱਪਰ ਬੈਠੇ ਚੰਡਾਲ ਦੀ ਅਵਸਥਾ ਮਹਿਸੂਸ ਹੋਈ ਸੀ ਕਿ ਜਿਹੜੇ ਅਗਿਆਨੀ ਜੀਵ ਹਨ, ਜਿਨ੍ਹਾਂ ਦੇ ਵਿੱਚ ਗਿਆਨ ਨਹੀਂ ਹੈ, ਅਵਿਦਿਆ ਨਹੀਂ ਹੈ, ਉਹਨਾਂ ਦਾ ਜਦੋਂ ਮਨ ਦੇ ਵਿੱਚੋਂ ਫੁਰਨਾ ਉੱਠਦਾ ਹੈ ਤੇ ਉਹ ਇੱਕ ਛੋਟੇ ਜਿਹੇ ਅਣੂ ਦੇ ਵਿੱਚ ਵੀ ਉਹਨਾਂ ਨੂੰ ਇਸ ਸੰਸਾਰ ਦਾ ਭਰਮ ਨਜ਼ਰ ਆਉਂਦਾ ਹੈ। ਆਪਾਂ ਸਾਰਿਆਂ ਨੇ ਰਾਜਾ ਲਵਣ ਦੀ ਕਥਾ ਪਿਛਲੇ ਕੁਝ ਸਰਗਾਂ ਦੇ ਵਿੱਚ ਸੁਣੀ ਸੀ, ਜਿਸ ਵਿੱਚ ਰਾਜਾ ਲਵਣ ਨੂੰ ਤਖਤ ਉੱਪਰ ਬੈਠੇ ਨੂੰ ਇੱਕ ਚੰਡਾਲ ਦੀ ਅਵਸਥਾ ਮਹਿਸੂਸ ਹੋਈ ਸੀਗੀ। ਬਿਲਕੁਲ ਇਸੇ ਹੀ ਤਰ੍ਹਾਂ ਜਿਹੜੇ ਅਗਿਆਨੀ ਜੀਵ ਹਨ, ਉਹਨਾਂ ਨੂੰ ਮਨ ਦੇ ਫੁਰਨੇ ਦਾ ਕਰਕੇ ਛੋਟੀ ਤੋਂ ਛੋਟੀ ਚੀਜ਼ ਵਿੱਚ ਵੀ ਜਗਤ ਭਰਮ ਮਹਿਸੂਸ ਹੁੰਦਾ ਹੈ। ਇਸ ਲਈ ਸੰਸਾਰ ਦੀ ਵਾਸਨਾ ਨੂੰ ਤੁਸੀਂ ਚਿੱਤ ਤੋਂ ਤਿਆਗ ਦਿਓ। ਇਸ ਕਰਕੇ ਇਸ ਸੰਸਾਰ ਦੀ ਵਾਸਨਾ ਜਿਹੜੀ ਹੈ, ਇਹਨੂੰ ਆਪਣੇ ਚਿੱਤ ਦੇ ਵਿੱਚੋਂ ਇਸ ਨੂੰ ਦੂਰ ਕਰ ਦੇਣਾ ਚਾਹੀਦਾ ਹੈ। ਇਹ ਸੰਸਾਰ ਵਾਸਨਾ ਬੰਧਨ ਦਾ ਕਾਰਨ ਹੈ। ਇਹ ਵਾਸਨਾ ਦਾ ਕਰਕੇ ਜੋ ਸੰਸਾਰੀ ਵਾਸਨਾ ਹੈ, ਅਸੀਂ ਸੰਸਾਰ ਦੇ ਨਾਲ ਬੱਝ ਜਾਂਦੇ ਹਾਂ। ਜਦ ਸਭ ਭਾਵਾਂ ਵਿੱਚ ਅਸੀਂ ਵਰਤੋ ਪਰ ਮੋਹ ਕਿਸੇ ਵਿੱਚ ਨਾ ਹੋਵੇ। ਸਾਨੂੰ ਸਾਰੇ ਕੰਮ ਕਾਰਜ ਕਰਨੇ ਚਾਹੀਦੇ ਹਨ, ਪਰ ਸਾਡਾ ਮੋਹ ਕਿਸੇ ਵਿੱਚ ਵੀ ਨਹੀਂ ਹੋਣਾ ਚਾਹੀਦਾ। ਜਿਵੇਂ ਸਫਟਿਕ ਮਣੀ ਸਾਰਿਆਂ ਪ੍ਰਤੀਬੰਬਾਂ ਨੂੰ ਲੈਂਦਾ ਹੈ ਪਰ ਰੰਗ ਕਿਸੇ ਦਾ ਨਹੀਂ ਲੈਂਦਾ, ਤਿਵੇਂ ਹੀ ਤੁਸੀਂ ਸਾਰੇ ਕਾਰਜ ਕਰੋ ਪਰ ਨਫ਼ਰਤ ਕਿਸੇ ਨਾਲ ਨਾ ਕਰੋ। ਸੋ ਭਗਵਾਨ ਮਾਮੀ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਇੱਕ ਮਣੀ ਹੁੰਦੀ ਹੈ, ਸਫਟਿਕ ਮਣੀ ਹੁੰਦੀ ਹੈ, ਹੀਰਾ ਹੁੰਦਾ ਹੈ, ਉਹਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਰੰਗ ਨਜ਼ਰ ਆਉਂਦੇ ਹਨ, ਪਰ ਹੋਰ ਉਹਨੂੰ ਕਿਸੇ ਚੀਜ਼ ਦਾ ਰੰਗ ਨਹੀਂ ਚੜ੍ਹਦਾ। ਬਿਲਕੁਲ ਇਸੇ ਹੀ ਤਰ੍ਹਾਂ ਤੁਸੀਂ ਆਪਣੇ ਵੀ ਸਾਰੇ ਕਾਰਜ ਕਰੋ ਪਰ ਨਫ਼ਰਤ ਕਿਸੇ ਦੇ ਨਾਲ ਨਾ ਕਰੋ, ਸਾਰਿਆਂ ਦੇ ਨਾਲ ਤੁਸੀਂ ਪਿਆਰ ਕਰੋ। ਅਜਿਹਾ ਪੁਰਸ਼ ਬੰਧਨ ਰਹਿਤ ਹੈ,
ਉਸ ਨੂੰ ਸ਼ਾਸਤਰ ਦੇ ਉਪਦੇਸ਼ ਦੀ ਲੋੜ ਨਹੀਂ, ਉਹ ਤਾਂ ਨਿਜ ਰੂਪ ਹੈ। ਔਰ ਇਹੋ ਜਿਹੇ ਜਿਹੜੇ ਪੁਰਸ਼ ਹਨ ਜਿਨ੍ਹਾਂ ਨੇ ਆਪਣਾ ਸੰਸਾਰ ਨਾਲੋਂ ਬੰਧਨ ਤੋੜ ਦਿੱਤਾ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੀ ਆਤਮਾ ਦੇ ਨਾਲ ਜੋੜਿਆ ਹੈ, ਉਹਨਾਂ ਨੇ ਆਪਣਾ ਮੋਹ ਦੂਰ ਕਰ ਦਿੱਤਾ ਹੈ, ਉਹਨਾਂ ਨੂੰ ਇਹ ਬਾਣੀ ਦਾ ਵੀ ਉਪਦੇਸ਼ ਦੀ ਲੋੜ ਨਹੀਂ ਹੈ, ਕਿਉਂਕਿ ਉਹ ਆਪਣੇ ਸੱਚੇ ਸਰੂਪ ਦੇ ਵਿੱਚ ਸਥਿਤ ਹੋ ਗਏ ਹਨ। ਜੋ ਕੁਝ ਸੁਭਾਵਿਕ ਚਾਲ ਚੱਲਣ ਤੁਹਾਨੂੰ ਪ੍ਰਾਪਤ ਹੋਵੇ ਤਾਂ ਦੇਣਾ ਲੈਣਾ ਬੋਲਣਾ ਚੱਲਣਾ ਆਦਿ ਸਾਰੇ ਕਾਰਜ ਕਰੋ, ਪਰ ਅੰਦਰੋਂ ਅਭਿਮਾਨ ਕੁਝ ਨਾ ਕਰੋ, ਅਭਿਮਾਨ ਰਹਿਤ ਹੋ ਕੇ ਕੰਮ ਕਰੋ। ਇਹ ਗਿਆਨ ਸਭ ਤੋਂ ਸ੍ਰੇਸ਼ਟ ਹੈ। ਸੋ ਦੇਖੋ ਭਗਵਾਨ ਵਾਲਮੀਕ ਜੀ ਸਾਨੂੰ ਬੜਾ ਸੋਹਣਾ ਅਖੀਰ ਦੇ ਉੱਤੇ ਦੱਸਦੇ ਹਨ ਕਿ ਜੋ ਸਾਡਾ ਸੁਭਾਵਿਕ, ਜੋ ਅਸੀਂ ਸੰਸਾਰ ਦੇ ਵਿੱਚ ਕਾਰਜ ਕਰਦੇ ਹਨ, ਦੇਣਾ ਲੈਣਾ ਬੋਲਣਾ ਚੱਲਣਾ ਆਦਿ ਸਾਰੇ ਸਾਨੂੰ ਕਾਰਜ ਕਰਨੇ ਚਾਹੀਦੇ ਹਨ, ਪਰ ਅੰਦਰੋਂ ਸਾਨੂੰ ਕੋਈ ਅਭਿਮਾਨ ਨਹੀਂ ਹੋਣਾ ਚਾਹੀਦਾ। ਆਪਣੇ ਅਭਿਮਾਨ ਨੂੰ ਦੂਰ ਕਰਕੇ ਅਸੀਂ ਇਹ ਸੰਸਾਰ ਦੇ ਵਿੱਚ ਵਿਚਰਨਾ ਹੈ। ਇਹ ਹੀ ਗਿਆਨ ਸਭ ਤੋਂ ਸ੍ਰੇਸ਼ਟ ਹੈ। ਆਪਣੇ ਅਭਿਮਾਨ ਨੂੰ ਦੂਰ ਕਰੋ ਤੇ ਸੰਸਾਰ ਦੇ ਵਿੱਚ ਆਪਣੇ ਕਾਰਜ ਕਰੋ। ਜੋ ਬੋਲੇ ਸੋ ਨਿਰਭੈ। भगवान वाल्मीकि महाराज की जय। जय वाल्मीकि जय वाल्मीकि जय वाल्मीकि।